ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ। या माया के डांडे, सूर के सन्मुख सच ते डर पै। सती के साचै भांडे, डगमग छाड़ रे मन बौरा। अब तो जरे मरे सिद्ध पाइयै, लीनो हाथ सधोरा। कबीर ऐसी होए परी, मन को भावत कीन। मरने ते क्या डरपना, जो हाथ सधोरा लीन। कबीर मोहे मरने का चाऊ है, मरों त हर कै द्वार। मत हर पूछै कौन है, परा हमारे बार। मत हर पूछै कौन है, परा हमारे बार। चवर तखत छत्र दे मालक, रहमतां बख्शां दे भंडार। धन साहिब श्री गुरु ग्रंथ साहिब महाराज जी दे पवित्र दरबार की हाजरी भर रही गुरु का खास रूप साध संगत जीओ। निरंकार वाहिगुरु की अपार कृपा हुई, आपां सारे ही धन साहिब श्री गुरु ग्रंथ साहिब महाराज जी दे पवित्र चरण कमल परस के अपना मनुखा जन्म सफल करन दा यतन कर रहे हाँ। आओ अरदास करिए कि सच्चे पातशाह जिथे असी शरीर करके आप जी दे चरनां विच हाजिर हाँ, किरपा करो साडा मन भी आप जी की इस हजूरी नूं कबूल कर ले, तां जो आप जी का दिता होया उपदेश इस मन की राही साडे जीवन विच आ जाए ते साडा मनुखा जन्म सफल हो सके। अज दे हुक्मनामे अते जिहड़ा इतिहासक दिहाड़ा पिछले हफ्ते लंघ के गया है, उन्हां दी विचार आरंभ करन तो पहलां आपो अपनी हाजरी लवाओ गुरु दरबार विच। धन साहिब श्री गुरु ग्रंथ साहिब महाराज जी नूं अपने हिरदे नेत्रां विच वसा के इस नाचीज सेवक नूं असीस बख्शिश करो ते प्यार विच भिज के सारे आखो जी वाहिगुरु जी का खालसा, वाहिगुरु जी की फतेह। अज दे जुगो जुग अटल हुक्मनामे विच आप जी ने सरवण किया है 4 सलोक। धन श्री गुरु अंगद देव दूसरे पातशाह जी दे अते एक पौड़ी साहिब श्री गुरु अमरदास पिता जी दी सूही राग दी वार दे विचों सानू प्राप्त हुई है। इस तो पहलां कि आपां हुक्मनामे दी विचार करिए कि पातशाह सानू हुक्म विच की दात बख्शिश कर रहे हैं। भावें आपां सारियां ने बाहर जो स्क्रीन ते हुक्मनामा साहिब आ रहा उहदे अर्थ भी पढ़े हैं, उन्होंने वेख्या भी है, उन्होंने पढ़िया भी है, कोशिश की है समझण दी। फिर एक बारी आपां गुरु कोलों होर मत लैके इनू विचारन दा यतन करांगे। जैसा कि आप जी नूं पता है कि पिछले हफ्ते दे जिहड़े भी इतिहासक दिहाड़े हुंदे हन, उन्हां नूं संडे नूं ऐतवार वाले दीवान विच उन्हां दी जिहड़ी विचार है
ਉਹ ਕੀਤੀ ਜਾਂਦੀ ਹੈ ਜੈਸਾ ਦਾਸ ਨੂੰ ਹੁਕਮ ਹੋਇਆ। ਪਿਛਲੇ ਹਫ਼ਤੇ ਇੱਕ ਬਹੁਤ ਹੀ ਦਿਲ ਨੂੰ ਵਲੂੰਦਰ ਜਾਣ ਵਾਲਾ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ, ਜਿਸ ਨੂੰ ਵੱਡੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹਦੀ ਵਰ੍ਹੇਗੰਢ ਸੀ। ਕੀ ਇਹ ਵੱਡਾ ਘੱਲੂਘਾਰਾ ਸੀ? ਕਿਵੇਂ ਵਾਪਰਿਆ? ਕਿੰਨੇ ਕੁ ਸਿੰਘ ਸ਼ਹੀਦ ਹੋਏ? ਅਸੀਂ ਇਹਦੇ ਕੋਲੋਂ ਕੀ ਸਿੱਖਿਆ ਲੈਣੀ ਹੈ? ਕਿਉਂ ਆਪਾਂ ਹਰ ਸਾਲ ਸਾਹਿਬਾਂ ਦੇ ਪੁਰਬ ਮਨਾਉਂਦੇ ਹਾਂ, ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ? ਕਿ ਕੀ ਮੈਸੇਜ ਸਾਨੂੰ ਦੇ ਕੇ ਗਿਆ? ਸਾਡੇ ਵਿੱਚ ਕਿਹੜੀਆਂ ਕਮੀਆਂ ਆ ਗਈਆਂ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਇੰਨੇ ਵੱਡੇ ਕਾਰਨਾਮਿਆਂ ਨੂੰ ਭੁੱਲ ਗਏ? ਕੇਵਲ ਕੁਝ ਕੁ ਸਮਾਂ ਯਾਦ ਮਾਤਰ ਰਹਿ ਗਿਆ ਵੀ ਠੀਕ ਹੈ ਇੰਨਾ ਖੂਨੀ ਕਾਰਾ ਹੋਇਆ ਸੀ। ਤਕਰੀਬਨ 3 ਹਿੱਸੇ ਕੌਮ, 70% ਦੇ ਲਾਗੇ ਤੱਕ ਜੋ ਵਿਦਵਾਨਾਂ ਨੇ ਪੁਸਤਕਾਂ ਵਿੱਚ ਲਿਖਿਆ ਹੈ ਉਸ ਅਨੁਸਾਰ 30 ਤੋਂ 35 ਹਜ਼ਾਰ ਗੁਰਸਿੱਖ ਬੱਚੇ, ਬੀਬੀਆਂ, ਬੱਚੀਆਂ ਇੱਕੋ ਦਿਨ ਸ਼ਹਾਦਤ ਦਾ ਜਾਮ ਪੀ ਗਏ ਸਨ। ਕਿਸ ਵਾਸਤੇ? ਇਹ ਆਪਾਂ ਸਾਰਿਆਂ ਨੇ ਆਪਣੇ ਆਪਣੇ ਮਨ ਵਿੱਚ ਸੋਚਣਾ ਹੈ। ਕਿਵੇਂ ਵਾਪਰਿਆ ਇਹ ਵੱਡਾ ਘੱਲੂਘਾਰਾ? ਜਿਹੜੇ ਉਸ ਏਰੀਏ ਤੋਂ ਵਾਕਿਫ ਹਨ ਉਹਨਾਂ ਨੂੰ ਪਤਾ ਹੈ ਕਿ 2 ਪਿੰਡ ਹਨ, ਇੱਕ ਕੁਤਬਾ ਤੇ ਇੱਕ ਬਾਹਮਣੀਆਂ। ਕੁਤਬੇ ਪਿੰਡ ਵਿੱਚ ਹੁਣ ਵੀ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ ਹੈ। ਭਾਵੇਂ ਇਤਿਹਾਸ ਵਿੱਚ ਇਹ ਜਿਹੜੀ ਜੰਗ ਹੈ ਸ਼ੁਰੂ ਹੋਈ ਸੀ, ਕੁੱਪ ਇੱਕ ਪਿੰਡ ਹੈ ਤੇ ਦੂਸਰਾ ਪਿੰਡ ਹੈ ਰਹੇੜਾ, ਤੇ ਇਹਨੂੰ ਕੁੱਪ ਰਹੇੜੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਹਰ ਚੀਜ਼ ਦੀ ਕੋਈ ਨਾ ਕੋਈ ਕਾਰਨ ਹੁੰਦਾ ਹੈ। ਅਹਿਮਦ ਸ਼ਾਹ ਅਬਦਾਲੀ, ਕਈ ਇਤਿਹਾਸਕਾਰਾਂ ਨੇ ਅਹਿਮਦ ਸ਼ਾਹ ਦੁਰਾਨੀ ਵੀ ਲਿਖਿਆ ਹੈ, ਕਿਉਂਕਿ ਜੇ ਤੁਸੀਂ 5 ਜਾਂ 6 ਇਤਿਹਾਸਕ ਗ੍ਰੰਥ ਪੜ੍ਹੋਗੇ ਤੇ ਸਾਰੇ ਆਪਸ ਵਿੱਚ ਮੇਲ ਨਹੀਂ ਖਾਂਦੇ। ਆਪਣੀ ਆਪਣੀ ਵਿੱਤ, ਆਪਣੀ ਆਪਣੀ ਬੁੱਧ, ਆਪਣੀ ਆਪਣੀ ਖੋਜ ਦੇ ਅਨੁਸਾਰ ਲਿਖਿਆ ਸਾਰਿਆਂ ਨੇ, ਤੇ ਆਪਾਂ ਉਹਨਾਂ ਕੋਲ ਵਿੱਚੋਂ ਪੜ੍ਹ ਕੇ ਹੀ ਬੋਲਣਾ ਹੈ। ਉੱਥੋਂ ਹੀ ਸਾਨੂੰ ਸੇਧ ਮਿਲਦੀ ਹੈ, ਤੇ ਫਿਰ ਉਸ ਨੂੰ ਆਪਾਂ ਗੁਰਬਾਣੀ ਦੀ ਕਸਵੱਟੀ ਤੇ ਪਰਖ ਵੀ ਸਕਦੇ ਹਾਂ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕਿੰਨਾ ਕੁ ਇਸ ਦੇ ਵਿੱਚ ਮਿਲਗੋਬਾ ਜਾਂ ਰਲਾ ਕੀਤਾ ਗਿਆ ਹੈ। ਦਾਸ ਕੱਲ ਸ਼ਾਮ ਵੀ ਬੇਨਤੀ ਕਰ ਰਿਹਾ ਸੀ ਕਿ ਸਾਡੇ ਆਪਣੇ ਰਾਈਟਰ ਵੀ ਹੋਣੇ ਚਾਹੀਦੇ ਨੇ। ਹਰ ਸਿੱਖ ਆਪਣੇ ਅੰਦਰ ਇਹ ਜਜ਼ਬਾ ਪੈਦਾ ਕਰੇ, ਮੈਂ ਸੱਚ ਲਿਖਣਾ ਹੈ, ਸੱਚ ਬੋਲਣਾ ਹੈ। ਆਪਣੇ ਰਾਈਟਰ ਨਾ ਹੋਣ ਕਰਕੇ ਕਈ ਵਾਰੀ ਜਿਹੜਾ ਕਿਸੇ ਨੇ ਲਿਖ ਦਿੱਤਾ ਸਾਨੂੰ ਉਹਦੇ ਤੇ ਯਕੀਨ ਕਰਨਾ ਪੈਂਦਾ, ਤੇ ਫਿਰ ਬਾਅਦ ਵਿੱਚ ਉਸ ਨੂੰ ਤਬਦੀਲ ਵੀ ਨਹੀਂ ਕੀਤਾ ਜਾ ਸਕਦਾ। ਬੜੀ ਉਹਦੇ ਵਾਸਤੇ ਜੱਦੋ ਜਹਿਦ ਕਰਨੀ ਪੈਂਦੀ ਹੈ। ਅਹਿਮਦ ਸ਼ਾਹ ਅਬਦਾਲੀ 1761 ਵਿੱਚ ਪਾਣੀਪਤ ਤੇ ਹਮਲਾ ਕਰਦਾ ਹੈ, ਤੇ ਪਾਣੀਪਤ ਦੀਆਂ ਲੜਾਈਆਂ ਬਾਰੇ ਆਪ ਜੀ ਸਾਰਿਆਂ ਨੇ ਆਪਣੇ ਸਿਲੇਬਸ ਵਿੱਚ ਮੇਰਾ ਖਿਆਲ ਹੈ ਜ਼ਰੂਰ ਪੜ੍ਹਿਆ ਹੋਵੇਗਾ। ਪਾਣੀਪਤ ਦਾ ਪਹਿਲਾ ਯੁੱਧ, ਪਾਣੀਪਤ ਦਾ ਦੂਸਰਾ ਯੁੱਧ, ਪਾਣੀਪਤ ਦਾ ਤੀਸਰਾ ਯੁੱਧ, ਸਾਰੇ ਯੁੱਧਾਂ ਦਾ ਜ਼ਿਕਰ ਹੈ। ਤੇ ਇਹ 5ਵਾਂ ਹੱਲਾ ਸੀ ਇਸ ਦਾ। ਇਸ ਨੇ ਬਹੁਤ ਲੁੱਟਮਾਰ ਕੀਤੀ। ਇਤਿਹਾਸਕਾਰਾਂ ਨੇ ਲਿਖਿਆ ਕਿ ਬਹੁਤ ਸਾਰੇ ਧੀਆਂ ਬੱਚੀਆਂ ਵੀ ਇਸ ਨੇ ਬੰਦਕ ਬਣਾ ਲਈਆਂ, ਤੇ ਇਹਨਾਂ ਨੂੰ ਗੱਡਿਆਂ ਤੇ ਲੱਦ ਕੇ ਇੱਜੜਾਂ ਦੀ ਤਰ੍ਹਾਂ ਬਣਾ ਕੇ ਲੈ ਕੇ ਜਾ ਰਿਹਾ ਸੀ। 2 ਕੌਮਾਂ ਉਸ ਵਕਤ ਬਹੁਤ ਬਹਾਦਰ ਸਨ, ਇੱਕ ਮਰਹੱਟੇ ਜਿਨ੍ਹਾਂ ਨੂੰ ਮਰਾਠੇ ਵੀ ਕਹਿੰਦੇ ਆ, ਤੇ ਦੂਸਰਾ ਸਿੱਖ। ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ,
पर मराठियां की तादाद बहुत ज़्यादा सी। इन्हें मराठियां दे नाल युद्ध किया ते इन्ना ज़्यादा नुकसान किया, इतिहासकारां ने लिखिया कि इसने जाके लाहौर विच ये कह दिता सी कि मैं इन्नी बुरी तरह मराठियां नूं मसल दिता है कि जे किते ये उठ भी पे ना, पहलां तो उठणगे नहीं, ते ये अगर स्टैंड हो भी गए तो मेरे पोतरियां दे नाल भावें ये युद्ध कर सकन, मेरे पुत्रां तक नहीं उठ सकणगे। मैं इन्हां दा नुकसान कर दिता है। फिर कुछ इतिहासकारां ने यह भी लिखिया कि जिहड़े मराठे सन, उधर जस्सा सिंह जी आलूवालिया, चड़त सिंह जी सुकर चक्किया, राम सिंह जी, बघेल सिंह जी, ये सारे ही उस वक्त सिख कौम की बागडोर संभाल रहे सन। 12 मिसलों में सिख पंथ वंडिया होया सी, पर आपस में इन्हां दी अंडरस्टैंडिंग सी ते सिख बड़ी चढ़ती कला वाल नूं जा रहे सी। आप जी सरवण करदे हो कि सिखां ने किस तरह दिल्ली फतेह की। अज भी दिल्ली के जिहड़े बहुते स्थान ने उन्हां दे नाम सिखां दी 30,000 फौज, मोरी गेट, ये सारा लंबा इतिहास है, आपां सारे सरवण करते हाँ। कुछ कु मरहटिया ने जाके श्री अकाल तख्त साहिब ते अपनी अरजोई की कि साडे नाल बहुत नजायज हुई है, सानू कोई चिंता नहीं सी कि साडा माल शबाब सोना चांदी दाना पक्का लै जांदा, पर साडियां धीआं भैणां नूं ओह लै गया। ते सिख हमेशा ही हर किसी की इज्जत दे राखे हुंदे हन, ते साडी ये बेनती है कि साडी मदद की जाए। इतिहासकारां ने लिखिया कि श्री अकाल तख्त साहिब तो सारियां ने आपस में मशवरा किया ते तकरीबन 2500 बच्चियां अते बीबियां नूं इस अबदाली दी कैद विचों छुड़ा के घरां नूं भेजिया गया। जिथे जिथे कोई सी उत्थे भेजिया गया। बड़ा सारा अबदाली दा माल भी लुटिया सिखां ने, हाथी घोड़े तोपां उहदे हथियार, ते उहदे नाल अपने आप नूं इन्हां ने होर मजबूत कर लिया। कुछ कु झड़पां भी हुईयां रुस्तम खां नाल, होर जिहड़े उस वेले असलम खां वगैरह दे नाल छोटियां छोटियां झड़पां हुईयां पट्टी दे हाकम दे नाल। ये सारियां खबरां अबदाली तक पहुँच रही सन। ते जदों सिंह अपने थोड़े जे रंग विच सी ते इतिहासकार लिखते हैं कि 27 अक्टूबर 1761 की जिहड़ी दिवाली सी, वो पंथ ने श्री अमृतसर साहिब मनाउण दा फैसला किया। सारियां मिसलां ते जथेदार, सारा पंथ उत्थे इकत्र होया। अकाल पुरख का शुकराना किया गया, क्योंकि सारे बहुते जंगलों में रहिंदे सन, एक दूसरे की सार नहीं सी हुंदी, सारे एक दूसरे नूं मिले। आउण वाले समय की रूपरेखा उत्थे तैयार करनी सी। गुरमता किया गया कि सब तो पहला जिहड़े सूहे हैं, क्योंकि सारियां सूहां सारियां खबरां कुछ कु जिहड़े ये सिखां दे दुश्मन सन, जिन्हां विचों जंडियाले दे रहण वाला आकलदास मुख सी, ते इस नूं सोधा लाण दा गुरमता पास किया गया कि बाकी ते सारा कुछ ठीक है। इहदा ये कर्म सी कि जदों किसी दी धी भैण नूं ये हाकम चुक के लै जांदे सी, फिर ये उन्हां दे घर जाके आप ही कहंदा सी कि तुहाडी धी भैण नूं कोई नहीं सी छुड़ांदा। बड़ियां सारियां ऐसियां बच्चियां दे नाम भी इतिहास विच दर्ज हैं, लिखे हैं राइटरां ने। रतन सिंह भंगू, प्रिंसीपल सतबीर सिंह जी, होर विद्वानां ने।
ਪਹਿਲਾਂ ਉਹਨਾਂ ਨੂੰ ਜਾ ਜਿਨ੍ਹਾਂ ਦੀਆਂ ਕਿਸੇ ਦੀਆਂ ਬੱਚੀਆਂ ਕੋਈ ਲੈ ਜਾਣ, ਪਹਿਲਾਂ ਉਹਨਾਂ ਨੂੰ ਜਾ ਕੇ ਕਹਿੰਦਾ ਸੀ ਵੀ ਤੁਹਾਡੀਆਂ ਬੱਚੀਆਂ ਜੇ ਕੋਈ ਛਡਾ ਸਕਦਾ ਹੈ ਨਾ ਤੇ ਉਹ ਗੁਰੂ ਕੇ ਸਿੰਘ ਹੀ ਸਜਾ ਸਕਦੇ ਹਨ। ਤੇ ਫਿਰ ਇਹ ਜਾ ਕੇ ਸਿੰਘਾਂ ਕੋਲ ਫਰਿਆਦ ਕਰਦੇ ਸੀ, ਫਿਰ ਉਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਫਲਾਂ ਜਗ੍ਹਾ ਤੇ ਛੱਡਣੀਆਂ ਨੇ। ਤੇ ਜਦੋਂ ਇਹ ਸਿੰਘ ਉਹ ਬੱਚਿਆਂ ਨੂੰ ਛਡਾ ਕੇ ਉਸ ਜਗ੍ਹਾ ਤੇ ਛੱਡਣ ਵਾਸਤੇ ਜਾਂਦੇ ਸੀ, ਫਿਰ ਮੁਕਬਰ ਬਣ ਕੇ ਉਹਨਾਂ ਨੂੰ ਉੱਥੇ ਫੜਾ ਦਿੰਦਾ ਸੀ। ਐਸੀਆਂ ਬੜੀਆਂ ਘਟਨਾ ਹੋਈਆਂ ਤੇ ਖਾਲਸੇ ਨੇ ਫੈਸਲਾ ਕੀਤਾ ਕਿ ਇਸ ਦੇ ਕੀਤੇ ਦੀ ਸਜ਼ਾ ਦਿੱਤੀ ਜਾਵੇ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਪੁਰਬ ਮਨਾ ਕੇ ਸਾਰਾ ਪੰਥ ਉਸ ਵੇਲੇ ਇਕੱਠਾ ਹੋਇਆ। ਤਕਰੀਬਨ ਫੈਸਲਾ ਇਹ ਵੀ ਕੀਤਾ ਗਿਆ ਕਿ ਅਬਦਾਲੀ ਦਾ ਅਸੀਂ ਨੁਕਸਾਨ ਕੀਤਾ, ਹੁਣ ਅਬਦਾਲੀ ਟਿੱਕੇ ਨਹੀਂ ਬੈਠੇਗਾ, ਉਹ ਸਾਡੇ ਤੇ ਹਮਲਾ ਕਰੇਗਾ ਤੇ ਉਸ ਵਾਸਤੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ, ਤਿਆਰ ਕਰਨਾ ਸਾਡੀ ਡਿਊਟੀ ਬਣਦੀ ਹੈ। ਗੁਰਮਤਾ ਇਹ ਵੀ ਕੀਤਾ ਗਿਆ, ਬੱਚੇ, ਬੀਬੀਆਂ, ਬਜ਼ੁਰਗ ਸਾਰਿਆਂ ਨੂੰ ਬੀਕਾਨੇਰ ਦੇ ਸੇਫ ਏਰੀਏ ਵਿੱਚ ਛੱਡਿਆ ਜਾਏ ਤੇ ਬਾਅਦ ਵਿੱਚ ਆ ਕੇ ਇਹ ਜਿਹੜੇ ਜੈਨ ਖਾਨ, ਲੱਸੀ ਰਾਮ ਤੇ ਹੋਰ ਅਸਲਮ ਖਾਨ ਵਰਗੇ ਹਨ ਤੇ ਇਹ ਜਿਹੜੀ ਅਬਦਾਲੀ ਦੀ ਬੜੀ ਵੱਡੀ ਫੌਜ ਹੈ, ਇਸ ਦੇ ਨਾਲ ਟਾਕਰਾ ਕੀਤਾ ਜਾਏਗਾ। ਇਸ ਦੌਰਾਨ ਹੀ ਇਹ ਸਾਰੇ ਜਿਹੜੇ ਸਿੰਘ ਸਨ ਇਹ ਆਕਲਦਾਸ ਨੂੰ ਸੋਧਾ ਲਾਉਣ ਵਾਸਤੇ ਜੰਡਿਆਲੇ ਪਹੁੰਚੇ। 2 ਜੰਡਿਆਲੇ ਹਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਸ, ਜਿਹੜੇ ਉਸ ਏਰੀਏ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਪਤਾ ਹੈ। ਇਹ ਜਿਹੜਾ ਆਕਲਦਾਸ ਸੀ, ਕੁਝ ਇਤਿਹਾਸਕਾਰ ਲਿਖਦੇ ਹਨ ਕਿ ਇਹ ਛੁਪ ਗਿਆ, ਕੁਝ ਇਤਿਹਾਸਕਾਰਾਂ ਨੇ ਲਿਖਿਆ ਕਿ ਇਸ ਨੇ ਮਾਫੀ ਮੰਗੀ ਕਿ ਮੈਂ ਅੱਗੋਂ ਵਾਸਤੇ ਐਸਾ ਨਹੀਂ ਕਰਾਂਗਾ, ਖਾਲਸਾ ਮੈਨੂੰ ਇੱਕ ਵਾਰੀ ਮਾਫ ਕਰ ਦੇਵੇ, ਜੈਸਾ ਤੁਸੀਂ ਕਹੋਗੇ ਮੈਂ ਉਸਾ ਹੀ ਕਰਾਂਗਾ। ਕਿਉਂਕਿ ਗੁਰੂ ਦਾ ਸਿਧਾਂਤ ਹੀ ਐਸਾ ਹੈ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਗੁਰਬਾਣੀ ਅਨੁਸਾਰ ਸਿੰਘਾਂ ਨੇ ਇਸ ਨੂੰ ਮਾਫ ਕਰ ਦਿੱਤਾ। ਇਸ ਨੇ ਉਹ ਸਾਰੀਆਂ ਖਬਰਾਂ ਆਪਣੇ ਸਰੋਤਾਂ ਦੇ ਜ਼ਰੀਏ ਅਬਦਾਲੀ ਤੱਕ ਪਹੁੰਚਾਈਆਂ ਤੇ ਇੱਥੋਂ ਸਾਰੇ ਵਹੀਰ ਨੇ ਇਹ ਸਮਝਿਆ ਕਿ ਆਪਾਂ ਆਪਣੇ ਬੱਚਿਆਂ ਤੇ ਬੀਬੀਆਂ ਨੂੰ ਜਿੰਨਾ ਜਲਦੀ ਹੋ ਸਕੇ ਇਹਨਾਂ ਨੂੰ ਬੀਕਾਨੇਰ ਦੇ ਸੇਫ ਏਰੀਏ ਵਿੱਚ ਪਹੁੰਚਾ ਕੇ ਉਸ ਤੋਂ ਬਾਅਦ ਆਪਾਂ ਅਬਦਾਲੀ ਦੇ ਨਾਲ 2-2 ਹੱਥ ਕਰਾਂਗੇ। ਇਹ ਭੁਲੇਖਾ ਲੱਗ ਗਿਆ ਸਿੰਘਾਂ ਨੂੰ ਕਿ ਅਬਦਾਲੀ ਦਾ ਉੱਥੋਂ ਚੱਲ ਕੇ ਇੱਥੇ ਤੱਕ ਪਹੁੰਚਣ ਤੇ ਕਾਫੀ ਸਮਾਂ ਲੱਗ ਜਾਏਗਾ, 10-12 ਦਿਨ ਲੱਗਣਗੇ। ਇਸ ਕਰਕੇ ਇਹ ਸਹਿਜ ਆਰਾਮ ਨਾਲ ਜਾ ਰਹੇ ਸੀ। ਕੁੱਪ ਤੇ ਰਹੇੜਾ ਜਿਹੜਾ ਹੈ ਉੱਥੇ ਇਹ ਤਕਰੀਬਨ 50,000 ਦਾ ਇਕੱਠ ਸਾਰੇ ਹੀ ਵਿਦਵਾਨਾਂ ਨੇ ਲਿਖਿਆ ਕਿ ਉਸ ਏਰੀਏ ਵਿੱਚ ਸੀ। ਉਧਰੋਂ ਇਸ ਦੀਆਂ ਦਿੱਤੀਆਂ ਖਬਰਾਂ ਅਨੁਸਾਰ ਜਿਹੜਾ ਪੱਟੀ ਦਾ ਨਵਾਬ ਸੀ ਉਹ ਵੀ, ਜੈਨ ਖਾਨ ਸਰਹੰਦ ਦਾ ਨਵਾਬ, ਲੱਸੀ ਰਾਮੇ, ਸਾਰਿਆਂ ਨੇ 4 ਚੁਫੇਰਿਓਂ, ਕਿਉਂਕਿ ਇਹਨਾਂ ਨੇ ਆਪਣੀ ਵੰਤ ਪੂਰੀ ਬੁਣੀ ਹੋਈ ਸੀ। ਇਸ ਵਹੀਰ ਦੀ ਇੱਕ ਮਿੰਟ ਦੀ ਇਹਨਾਂ ਪਾਸ ਖਬਰ ਸੀ। ਤੇ ਜਦੋਂ ਇਹ ਸਾਰੇ ਸਿੰਘ, ਬੀਬੀਆਂ, ਬੱਚੇ ਇਸ ਸਥਾਨ ਤੇ ਸਨ ਤੇ ਇਤਿਹਾਸਕਾਰ ਲਿਖਦੇ ਨੇ ਕਿ 36 ਘੰਟੇ ਬਿਨਾਂ ਕਿਸੇ ਬ੍ਰੇਕ ਦੇ ਦੌੜਿਆ ਜਿਹੜਾ ਅਬਦਾਲੀ ਸੀ ਉਹ ਤਕਰੀਬਨ 1 ਲੱਖ ਦੀ ਫੌਜ ਲੈ ਕੇ ਇਹਨਾਂ ਦਾ ਪਿੱਛਾ ਕਰਦੇ ਹੋਏ ਇੱਥੇ ਕੁੱਪ ਤੇ ਰਹੇੜੇ ਦੇ ਮੈਦਾਨ ਦੇ ਵਿੱਚ ਇਹ ਤਿੰਨੇ ਪਾਸਿਆਂ ਤੋਂ ਖਾਲਸਾ ਦੀ ਜਿਹੜੀ ਵਹੀਰ ਸੀ ਉਸ ਨੂੰ ਘੇਰ ਲਿਆ ਗਿਆ। ਬਹੁਤੇ ਵਿਦਵਾਨਾਂ ਨੇ ਇਹ ਲਿਖਿਆ ਕਿ ਸਵੇਰੇ 3 ਅਤੇ 4 ਵਜੇ ਦੇ ਕਰੀਬ ਸਿੰਘਾਂ ਦੇ ਉੱਤੇ ਹਮਲਾ ਕੀਤਾ ਗਿਆ। ਅਜੇ ਤੱਕ ਕੁਝ ਸਿੰਘ ਉੱਠੇ ਸਨ, ਇਸ਼ਨਾਨ ਪਾਣ ਕਰ ਰਹੇ ਸੀ। ਇੱਥੇ ਸਮਝਣ ਵਾਲੀ, ਸਾਡੇ ਮੈਸੇਜ ਲੈਣ ਵਾਲੀ ਬਾਤ ਖਾਸ ਇਹ ਹੈ ਕਿ ਮੰਨ ਲੈਂਦੇ ਹਾਂ ਆਪਾਂ ਕਿ ਤਕਰੀਬਨ 40 ਤੋਂ ਲੈ ਕੇ 50,000 ਗੁਰੂ ਕੇ ਸਿੱਖ ਹੋਣਗੇ। ਉਹਨਾਂ ਵਿੱਚ ਬਜ਼ੁਰਗ, ਉਹਨਾਂ ਵਿੱਚ ਧੀਆਂ ਬੱਚੀਆਂ, ਉਹਨਾਂ ਵਿੱਚ ਛੋਟੇ ਬੱਚੇ। ਇੰਨੇ ਵੱਡੇ ਇਕੱਠ ਦਾ ਪ੍ਰਬੰਧ ਕਰਨਾ ਤੇ ਉਹਨਾਂ ਨੂੰ ਇੱਕ ਸਾਰਤਾ ਵਿੱਚ ਰੱਖਣਾ, ਸਾਡੀ ਕੌਮ ਦੇ ਜਿਹੜੇ ਰਹਿਨੁਮਾ ਸੀ, ਜਥੇਦਾਰ ਸੀ, ਉਹਨਾਂ ਵਿੱਚ ਕਿੰਨੀ ਕੁਆਲਿਟੀ ਹੋਏਗੀ। ਅੱਜ 10 ਜਾਂ 100, 500 ਬੰਦੇ ਨੂੰ ਆਪਸ ਵਿੱਚ ਇਕਸਾਰ ਨਹੀਂ ਰੱਖਿਆ ਜਾ ਸਕਦਾ। ਬਾਕੀਆਂ ਦੀ ਤੇ ਛੱਡਦੀ, ਆਪਾਂ ਆਪਣੇ ਘਰ ਦੇ 4 ਬੰਦਿਆਂ ਨੂੰ ਇਕੱਠੇ ਨਹੀਂ ਰੱਖ ਸਕਦੇ, ਕਿਉਂਕਿ ਆਪਾਂ ਉਹਨਾਂ ਤੇ ਦਬਾਅ ਵੀ ਪਾ ਸਕਨੇ ਆ। ਆਪਣੇ ਰਿਸ਼ਤੇਦਾਰ ਅਸੀਂ ਇਕੱਠੇ ਨਹੀਂ,
ਕੌਮ ਦੇ ਵਿੱਚ ਕਿੰਨਾ ਇਤਫਾਕ ਸੀ, ਕਿੱਥੋਂ ਅਸੀਂ ਚੱਲ ਕੇ ਅੱਜ ਕਿੱਥੇ ਪਹੁੰਚ ਗਏ ਹਾਂ, ਕਿ ਸਾਰੀ ਕੌਮ ਇੱਕ ਸੀ। ਤੇ ਇੱਕ ਕਿਵੇਂ ਸੀ? ਗੁਰੂ ਕੇ ਸ਼ਬਦ ਦਾ ਸਦਕਾ, ਗੁਰਬਾਣੀ ਤੇ ਸਾਰਿਆਂ ਨੂੰ ਭਰੋਸਾ ਸੀ, ਯਕੀਨ ਸੀ। ਅੱਜ ਸਾਡਾ ਬਾਣੀ ਤੋਂ ਯਕੀਨ ਉੱਠ ਜਾਣ ਕਾਰਨ ਹੋਰ ਪਾਸੇ ਕਿਸੇ ਵੀ ਦੇਹਧਾਰੀ ਪਾਸ ਜਾਂ ਕਿਸੇ ਅਖਬਾਰ ਵਿੱਚ ਐਡ ਵਾਲੇ ਦੀ ਦੇਣ ਕਾਰਨ ਸਾਡਾ ਦਿਨੋਂ ਦਿਨ ਜਿਹੜਾ ਬਾਣੀ ਤੋਂ ਭਰੋਸਾ ਟੁੱਟਦਾ ਜਾਂਦਾ, ਫਿਰ ਅਸੀਂ ਕੱਚੇ ਹੁੰਦੇ ਜਾ ਰਹੇ ਹਾਂ। ਆਪਸ ਵਿੱਚ ਇਕਸਾਰਤਾ ਨਹੀਂ ਰਹੀ ਸਾਡੇ ਤੇ। ਹਰ ਜਗ੍ਹਾ ਤੇ ਅਸੀਂ ਜੇ ਥੋੜਾ ਜਿਹਾ ਕਿਸੇ ਕਿਸਮ ਦੀ ਆਪਸ ਵਿੱਚ ਅਣਬਣ ਹੋ ਜਾਏ, ਆਪਾਂ ਨਵਾਂ ਗੁਰਦੁਆਰਾ ਬਣਾ ਲੈਂਦੇ ਕਿ ਤੁਹਾਡੇ ਗੁਰਦੁਆਰੇ ਅਸੀਂ ਜਾਣਾ ਹੀ ਨਹੀਂ। ਪਰ ਅਸੀਂ ਇੱਕ ਬਣਨਾ ਹੈ। ਤੇ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਕਈ ਵਾਰੀ ਅਸੀਂ ਧੁਰੇ ਨੂੰ ਹੀ ਗਲਤ ਕਹਿ ਦਿੰਦੇ ਹਾਂ। ਬੰਦੇ ਹੋ ਸਕਦਾ ਗਲਤ ਹੋਣ, ਪਰ ਵਿਚਾਰਧਾਰਾ ਜਿਹੜੀ ਹੈ ਗੁਰੂ ਦੀ ਜਦੋਂ ਤੱਕ ਅਸੀਂ ਅਪਣਾ ਕੇ ਰੱਖਾਂਗੇ, ਉਦੋਂ ਤੱਕ ਸਿੱਖ ਇੱਕ ਰਹੇਗਾ। ਹਮਲਾ ਹੋਇਆ, ਤਕਰੀਬਨ 15 ਘੰਟੇ ਦੀ ਜੰਗ ਦਾ ਸਾਰਿਆਂ ਨੇ ਜ਼ਿਕਰ ਕੀਤਾ ਹੈ ਕਿ ਬੱਚੇ ਅਤੇ ਬੀਬੀਆਂ ਨੂੰ ਵਿਚਕਾਰ ਰੱਖਿਆ ਗਿਆ। ਸਾਈਡਾਂ ਤੋਂ ਇਹਨਾਂ ਨੂੰ ਵੀ ਪ੍ਰੋਟੈਕਸ਼ਨ ਦੇ ਰਹੇ ਹਨ ਤੇ ਨਾਲ ਜੰਗ ਵੀ ਕਰ ਰਹੇ ਹਨ। ਤੇ ਜਿਹੜੇ ਆਪਾਂ ਥੋੜਾ ਬਹੁਤਾ ਗੱਤਕਾ ਵਗੈਰਾ ਖੇਡਦੇ ਆ ਨਾ, ਤੇ ਜੇ 2 ਜਾਂ 3 ਮਿੰਟ ਤਲਵਾਰ ਚਲਾਈ ਜਾਏ ਨਾ ਜਾਂ ਡਾਂਗ ਘੁਮਾਈ ਜਾਏ ਤੇ ਸਾਹ ਉਲਟ ਜਾਂਦਾ। ਤੇ ਕਿੰਨੀ ਕਪੈਸਿਟੀ ਹੋਏਗੀ ਉਹਨਾਂ ਵਿੱਚ। ਹੋ ਸਕਦਾ ਕਿ ਜਿਹੜੀ ਦੂਸਰੇ ਪਾਸੇ ਸੀ ਉਹ ਬਹੁਤ ਵੱਡੀ ਫੌਜ ਸੀ, ਉਹ ਟੁਕੜੀਆਂ ਵਾਰੀ ਬਦਲ ਰਹੀਆਂ ਸਨ। ਇੱਕ ਟੁਕੜੀ ਅੱਗੇ ਆਉਂਦੀ ਸੀ, ਦੂਸਰੀ ਪਿੱਛੇ ਚਲੀ ਜਾਂਦੀ ਸੀ ਬ੍ਰੇਕ ਲੈਣ ਵਾਸਤੇ। ਪਰ ਸਿੰਘ ਤੇ ਉਨੇ ਹੀ ਸੀ ਨਾ, ਉਹਨਾਂ ਵਿੱਚ ਵੀ 50,000 ਦੇ ਕਰੀਬ ਮੰਨਦੇ ਆ ਆਪਾਂ। ਤੇ ਉਹਨਾਂ ਵਿੱਚ ਲੜਨ ਵਾਲੇ ਕਿੰਨੇ ਸੀ? ਬੱਚੇ ਸੀ, ਬੀਬੀਆਂ ਸੀ, ਬਜ਼ੁਰਗ ਸਨ। ਬਹੁਤ ਹੀ ਇਹ ਮਾਰੂ ਜੰਗ ਹੋਈ ਤੇ ਕਿਸੇ ਤੇ ਵੀ ਤਰਸ ਨਹੀਂ ਕੀਤਾ ਗਿਆ। ਜਿੰਨੇ ਗੁਰੂ ਕੇ ਸਿੱਖ ਵੱਧ ਤੋਂ ਵੱਧ ਭਾਵਨਾ ਨਾਲ ਤੇ ਗੁਰੂ ਦੀ ਦਿੱਤੀ ਹੋਈ ਸ਼ਕਤੀ ਨਾਲ, ਜਿਹੜੀ ਆਪਾਂ ਰੋਜ਼ ਪੜ੍ਹਦੇ ਆਂ ਕਿ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਵੂੰ। ਬਹੁਤ ਲੰਬੀ ਜੰਗ ਹੋਈ। ਤਕਰੀਬਨ ਵੱਖਰੇ ਇਤਿਹਾਸਕਾਰਾਂ ਦੇ ਵੱਖਰੇ ਆਪਣੇ ਵਿਚਾਰ ਹਨ। ਉਹਨਾਂ ਲਿਖਿਆ, ਕੁਝ ਕੁ ਕਹਿੰਦੇ ਹਨ ਕਿ 15-20 ਕਿਲੋਮੀਟਰ ਦੇ ਏਰੀਏ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। 500-700 ਬੰਦਾ ਹੋਵੇ ਤੇ ਆਪਾਂ ਕਹਿੰਦੇ ਕਿ ਬਹੁਤ ਹਾਲ ਭਰਿਆ ਪਿਆ ਸੀ। ਤੇ ਜਿੱਥੇ 50,000 ਬੰਦਾ ਹੋਵੇ ਤੇ ਉਹਨਾਂ ਦੇ ਵਿੱਚੋਂ ਤਕਰੀਬਨ 30 ਤੋਂ ਲੈ ਕੇ ਤੇ 35,000 ਜਿਹੜੇ ਸਿੰਘ ਤੇ ਸਿੰਘਣੀਆਂ ਸਨ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਫਿਰ ਵੀ ਖਾਲਸਾ ਚੜ੍ਹਦੀ ਕਲਾ ਵਿੱਚ ਹੈ। ਸਾਰੇ ਜਾ ਕੇ ਜਿਹੜਾ ਪਿੰਡ ਕੁਤਬਾ ਤੇ ਬਾਹਮਣੀਆਂ ਹੈ, ਇਹਦੇ ਲਾਗੇ ਇੱਕ ਪਾਣੀ ਦੀ ਢਾਬ ਸੀ। ਮੁਗਲ ਸੈਨਾ, ਇਤਿਹਾਸਕਾਰ ਲਿਖਦੇ ਹਨ ਕਿ ਉੱਥੇ ਪਾਣੀ ਪੀਣ ਲੱਗ ਗਈ। ਇਹਨਾਂ ਨੇ ਸਾਰਿਆਂ ਨੇ ਉੱਥੇ ਅਰਦਾਸਾ ਸੋਧਿਆ। ਰਤਨ ਸਿੰਘ ਭੰਗੂ ਜੀ ਦੇ ਬਚਨ ਹਨ, ਉਹਨਾਂ ਨੇ ਆਪਣੇ ਪੁਸਤਕਾਂ ਵਿੱਚ, ਗ੍ਰੰਥਾਂ ਵਿੱਚ ਲਿਖਿਆ। ਅਰਦਾਸ ਕੀਤੀ ਗਈ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਚੜ੍ਹਤ ਸਿੰਘ ਜੀ ਨੇ ਅਰਦਾਸ ਕੀਤੀ ਕਿ ਸਾਡੇ ਵਿੱਚੋਂ ਕਾਫੀ ਜਿਹੜੇ ਸਿੰਘ ਹਨ, ਸਾਰਾ ਕੁਝ ਸ਼ਹੀਦ ਹੋ ਗਿਆ। ਤੇ ਅਰਦਾਸੀਏ ਨੇ ਉਸ ਵਕਤ ਇਹ ਅਰਦਾਸ ਕੀਤੀ ਕਿ ਪਾਤਸ਼ਾਹ, ਹੁਣ ਤੇਰੀ ਸਾਨੂੰ ਲੋੜ ਹੈ। ਗਲ ਵਿੱਚ ਪੱਲਾ ਪਾ ਕੇ ਸਾਰਿਆਂ ਨੇ ਖੜੇ ਹੋ ਕੇ ਅਰਦਾਸ ਕੀਤੀ ਕਿ ਐ ਅਕਾਲ ਪੁਰਖ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਪੰਥ ਬਚੇਗਾ ਤੇ ਗ੍ਰੰਥ ਨੂੰ ਕੋਈ ਪੁੱਛੇਗਾ, ਜੇ ਪੰਥ ਹੀ ਨਾ ਬਚਿਆ ਤੇ ਗ੍ਰੰਥ ਕੀ ਕਿੱਥੇ ਰਹੇਗੀ। ਤੇ ਕਿਰਪਾ ਕਰੋ, ਆਪਣੇ ਪੰਥ ਦੀ ਰਾਖੀ ਕਰੋ। ਜਕਾਰੇ ਛੱਡੇ, ਹੌਸਲਾ ਆ ਗਿਆ। ਨਾਲ ਇਹ ਵੀ ਅਰਦਾਸ ਵਿੱਚ ਲਫ਼ਜ਼ ਇਤਿਹਾਸਕਾਰਾਂ ਨੇ ਲਿਖਿਆ, ਕਹੇ ਗਏ ਕਿ ਸਾਡੇ ਵਿੱਚ ਜਿਹੜੀ ਖੋਟ ਸੀ ਨਾ, ਉਹ ਝੜ ਗਈ, ਹੁਣ ਤਤ ਖਾਲਸਾ ਰਹਿ ਗਿਆ। ਇੰਨੇ ਲਫ਼ਜ਼ ਕਹਿਣ ਵਾਸਤੇ ਕਿੰਨਾ ਜਿਗਰਾ ਚਾਹੀਦਾ ਕਿ 30,000 ਦੇ ਕਰੀਬ ਸਾਡੇ ਆਪਣੇ ਭੈਣਾਂ, ਬੱਚੇ, ਬੱਚੀਆਂ ਸ਼ਹੀਦ ਹੋ ਗਏ ਨੇ।
ਤੇ ਉਹਨਾਂ ਸ਼ਹੀਦ ਹੋਣ ਵਾਲਿਆਂ ਨੂੰ ਕਹਿ ਰਹੇ ਹਨ ਕਿ ਖੋਟ ਝੜ ਗਈ ਹੈ, ਤਤ ਖਾਲਸਾ ਰਹਿ ਗਿਆ, ਪ੍ਰਵਾਹ ਨਹੀਂ ਕਰੇਗਾ, ਹੁਕਮ ਵਿੱਚ ਰਹੇਗਾ। ਫਿਰ ਇਹਨਾਂ ਸਾਰਿਆਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਕੇ ਸਿੰਘ ਅੱਗੇ ਚਲੇ ਗਏ। ਤੇ ਇਸ ਅਹਿਮਦ ਸ਼ਾਹ ਨੇ, ਜਿਹੜਾ ਕਿ ਇੰਨਾ ਜ਼ਿਆਦਾ ਇਸਨੇ ਡਰ ਪੈਦਾ ਕਰ ਦਿੱਤਾ ਸੀ ਸਾਰਿਆਂ ਦੇ ਵਿੱਚ ਕਿ ਇੱਕ ਕਹਾਵਤ ਹੀ ਬਣ ਗਈ ਸੀ, ਹਿੰਦੁਸਤਾਨ ਦੇ ਵਿੱਚ ਇੱਕ ਕਹਾਵਤ ਬਣ ਗਈ ਸੀ ਕਿ ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹ ਦਾ, ਵੀ ਖਾ ਪੀ ਲਓ, ਬਾਕੀ ਤੇ ਸਾਰਾ ਕੁਝ ਉਹਨੇ ਲੁੱਟ ਕੇ ਲੈ ਜਾਣਾ ਹੈ। ਫਿਰ ਇਹਨੇ ਜਾ ਕੇ ਲਾਹੌਰ ਫਿਰ ਅਨਾਉਂਸਮੈਂਟ ਕੀਤੀ। ਜਦੋਂ ਮਰਹੱਟਿਆਂ ਨੂੰ ਮਾਰਿਆ ਸੀ ਉਦੋਂ ਵੀ ਇਹਨੇ ਕਿਹਾ ਸੀ ਕਿ ਇਹ 2 ਪੀੜ੍ਹੀਆਂ ਤੱਕ ਨਹੀਂ ਉੱਠ ਸਕਦੇ। ਫਿਰ ਜਦੋਂ ਇਹਨੇ ਸਿੰਘਾਂ ਦਾ ਨੁਕਸਾਨ ਕੀਤਾ, ਇੰਨੀ ਜ਼ਿਆਦਾ ਸਿੱਖ ਕੌਮ ਨੂੰ ਇਸਨੇ ਖਤਮ ਕਰ ਦਿੱਤਾ। ਫਿਰ ਇਹਨੇ ਇਹ ਅਨਾਉਂਸ ਕੀਤਾ ਕਿ ਹੋ ਸਕਦਾ ਹੈ ਕਿ ਮਰਹੱਟੇ ਤੇ ਉੱਠ ਜਾਣ, ਪਰ ਮੈਂ ਸਿੰਘਾਂ ਦਾ ਇੰਨਾ ਕੁ ਨੁਕਸਾਨ ਕਰ ਦਿੱਤਾ ਹੈ, ਸਿੱਖਾਂ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ, ਇਹ ਕਦੀ ਆਪਣੀ ਜ਼ਿੰਦਗੀ ਵਿੱਚ ਉੱਠ ਹੀ ਨਹੀਂ ਸਕਦੇ। ਕੋਈ ਸਵਾਲ ਹੀ ਨਹੀਂ ਪੈਦਾ, ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੈ। ਤੇ ਇਹ ਘਟਨਾ ਜਿਹੜੀ 1762 ਦੀ ਹੈ, ਜਨਵਰੀ ਦੀ, 5 ਜਨਵਰੀ ਦਾ ਦਿਨ ਸਾਰੇ ਇਤਿਹਾਸਕਾਰਾਂ ਨੇ ਲਿਖਿਆ। ਤੇ ਮਈ ਦੇ ਵਿੱਚ ਤਕਰੀਬਨ 3 ਮਹੀਨੇ ਬਾਅਦ ਸਿੰਘਾਂ ਨੇ ਸਾਰਿਆਂ ਨੂੰ ਆਪਸ ਵਿੱਚ ਲਾਮਬੰਦ ਕਰਕੇ ਤੇ ਵਾਪਸ ਸਰਹੰਦ ਦੇ ਜਿਹੜਾ ਨਵਾਬ ਸੀ, ਸਰਹੰਦ ਦਾ ਜਿਹੜਾ ਸੂਬੇਦਾਰ ਸੀ ਜੈਨ ਖਾਨ, ਉਸ ਨੂੰ ਮਾਰ ਕੇ ਤੇ ਸਰਹੰਦ ਤੇ ਆਪਣਾ ਕਬਜ਼ਾ ਕਰ ਲਿਆ ਸੀ। ਤੇ ਇਸ ਕੋਲ ਜਦੋਂ ਇਹ ਖਬਰ ਪਹੁੰਚੀ ਤੇ ਤਿਲ ਮਿਲਾ ਉੱਠਿਆ ਸੀ ਕਿ ਇਹ ਕਿਵੇਂ ਹੋ ਗਿਆ, ਕਿ ਇੰਨਾ ਨੁਕਸਾਨ ਕਰਨ ਦੇ ਬਾਵਜੂਦ ਇਹ ਫਿਰ ਖੜੇ ਹੋ ਗਏ ਨੇ। ਫਿਰ ਇਸੇ ਨੇ ਕਿਹਾ ਸੀ ਕਿ ਇਹਨਾਂ ਨੂੰ ਸੰਸਾਰ ਦੇ ਉੱਤੇ ਰਾਜ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਜਿਹੜੇ ਕੇਵਲ 3 ਮਹੀਨਿਆਂ ਵਿੱਚ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਇੰਨੀ ਤਿਆਰੀ ਨਾਲ ਆ ਗਏ ਹਨ। ਤੇ ਉਹ ਚੀਜ਼ ਸੱਚ ਹੋਈ 1801 ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ। ਫਿਰ ਇਹ ਸਾਰੇ ਘੱਲੂਘਾਰੇ ਤੋਂ ਆਪਾਂ ਨੇ ਕੀ ਮੈਸੇਜ ਲੈਣਾ, ਆਪਾਂ ਕੀ ਸਿੱਖਣਾ ਹੈ? ਆਪਾਂ ਉਹਨਾਂ ਦੇ ਵਾਰਸ ਹਾਂ, ਉਹਨਾਂ ਦੇ ਪ੍ਰਤੀ ਸਾਡਾ ਕਿੰਨਾ ਕੁ ਫਰਜ਼ ਬਣਦਾ ਹੈ? ਕੀ ਅਸੀਂ ਉਹਨਾਂ ਦਾ ਮੁੱਲ ਤਾਰ ਰਹੇ ਹਾਂ? ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਤੇ ਅਰਦਾਸ ਵਿੱਚ ਆਪਾਂ ਕੋਈ ਨਹੀਂ ਬੋਲਦੇ। ਅਰਦਾਸ ਤਕਰੀਬਨ ਰੋਜ਼ ਹੀ ਅਰਦਾਸ ਵਿੱਚ, ਇੱਥੇ ਸ਼ਾਮ ਨੂੰ ਵੀ ਹੁੰਦਾ, ਸਵੇਰੇ ਵੀ ਹੁੰਦਾ। ਸਾਡੀ ਇਹ ਡਿਊਟੀ ਬਣਦੀ ਹੈ ਕਿ ਅਰਦਾਸ ਵਿੱਚ ਜਦੋਂ ਵੀ ਇਹ ਕਿਹਾ ਜਾਂਦਾ ਹੈ ਨਾ ਕਿ ਬੋਲੋ ਜੀ ਵਾਹਿਗੁਰੂ, ਤੇ ਸਾਡਾ ਉੱਥੇ ਪ੍ਰੈਜੈਂਸ ਹੋਣ ਦਾ ਇਹ ਇੱਕ ਤਰੀਕਾ ਹੈ ਕਿ ਅਸੀਂ ਜ਼ੋਰ ਨਾਲ ਕਹੀਏ ਕਿ ਵਾਹਿਗੁਰੂ। ਪਰ ਆਪਾਂ ਨਹੀਂ ਕਹਿੰਦੇ। ਇਹ ਕੁਝ ਕੁ ਚੀਜ਼ਾਂ ਸਮਝਣ ਵਾਲੀਆਂ ਹਨ। ਬੜੇ ਪਿਆਰ ਨਾਲ ਭਾਈ ਸਾਹਿਬ ਜਿਹੜੇ ਅਰਦਾਸੀਆ ਹੈ, ਉਸ ਵਕਤ ਮੇਵੜਾ ਕਿਹਾ ਜਾਂਦਾ ਸੀ ਗੁਰੂ ਮਹਾਰਾਜ ਜੀ ਦੇ ਵੇਲੇ। ਅਰਦਾਸ ਵਿੱਚ ਵਾਹਿਗੁਰੂ ਕਹਿਣਾ ਤੁਹਾਡੀ ਹਾਜ਼ਰੀ ਹੈ। ਤੇ ਜੇ ਕਲਾਸ ਵਿੱਚ ਬੈਠਾ ਬੱਚਾ ਆਪਣੀ ਹਾਜ਼ਰੀ ਨਹੀਂ ਬੋਲੇਗਾ ਤੇ ਫਿਰ ਉਹਦੀ ਤੇ ਅਬਸੈਂਟ ਹੀ ਲੱਗੇਗੀ ਨਾ। ਇਹ ਕੁਝ ਕੁ ਐਸੀਆਂ ਚੀਜ਼ਾਂ ਨੇ ਜਿਹੜੀਆਂ ਹੈਗੀਆਂ ਜਰਨਲ ਨੌਲੇਜ ਹੈ, ਪਰ ਆਪਾਂ ਵਿਸਰ ਜਾਂਦੇ ਹਾਂ। ਕੋਸ਼ਿਸ਼ ਕਰਨੀ ਹੈ ਕਿ ਸਾਵਧਾਨ ਦੋਵੇਂ ਹੱਥ ਜੋੜ ਕੇ ਤੇ ਉਹਨਾਂ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਨੂੰ ਵੀ ਚੇਤੇ ਕਰੀਏ ਤੇ ਆਪਣੇ ਅੰਦਰ ਇਹ ਕੁਆਲਿਟੀ ਪੈਦਾ ਕਰੀਏ ਕਿ ਪਾਤਸ਼ਾਹ, ਸਾਡੇ ਦਾਦੇ ਪੜਦਾਦੇ, ਸਾਡੇ ਵੱਡੇ ਇੰਨਾ ਬਲ ਰੱਖਦੇ ਸੀ, ਇੰਨਾ ਉਹਨਾਂ ਦਾ, ਕਿਉਂਕਿ ਆਪਾਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੂੰ ਮਾਵਾਂ ਜਿਹੜੀਆਂ ਕਹਿ ਕੇ ਸਵਾਉਂਦੀਆਂ ਸੀ ਹਰੀਆ ਰਾਗਲੇ, ਬੱਚਿਆਂ ਨੂੰ ਕਹਿੰਦੀਆਂ ਸੀ ਕਿ ਹਰੀ ਸਿੰਘ ਨਲੂਆ ਆ ਜਾਏਗਾ, ਨਹੀਂ ਤੇ ਸੌਂ ਜਾ। ਤੇ ਅਸੀਂ ਕਿੱਥੇ ਖੜੇ ਹਾਂ? ਆਪਾਂ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਦਾ ਕੁਝ ਨਾ ਕੁਝ ਤਿਨਕਾ ਮਾਤਰ ਤੇ ਸਾਡੇ ਜੀਵਨ ਵਿੱਚ ਆਵੇ। ਕਿਸ ਤਰ੍ਹਾਂ ਉਹ ਬਾਣੀ ਪੜ੍ਹਦੇ ਸੀ, ਕਿਸ ਤਰ੍ਹਾਂ ਜੰਗਲਾਂ ਦੇ ਵਿੱਚ ਰਹਿ ਕੇ ਇੱਕ ਦੂਸਰੇ ਦੇ ਨਾਲ ਉਹਨਾਂ ਦਾ ਪਿਆਰ ਸੀ।
कोई सुविधा नहीं हैगी। जंगल में जिहड़ा रहिंदा उहदे कोल की सुविधा है? ना खाण दी है, ना पाण दी है, ना बिस्तरा है। पर आपां नूं किन्ने सुख हन। इन्ने सुख होण दे बावजूद भी जे असीं बाणी नहीं पढ़दे, गुरु दे प्रति वफादार नहीं हैगे, करतग नहीं हैगे, फिर सानूं किते ना किते ते थोड़ी बहुती ते हिरदे विच अपने झाती मारनी पएगी ना कि असीं कित्थे खड़े हाँ। अपने शहीदां तो, अपने वड्डियां तो आपां कोशिश करनी है कि सिੱਖੀਏ। आओ कुछ समा जो रह गया है उस विच आपां अज दा जो हुक्मनामा है उहदी विचार करते हाँ। की बख्शिश कर रहे हैं धन श्री गुरु अंगद देव महाराज जी। धन श्री गुरु ग्रंथ साहिब जी के पावन अंग 787 ते ये पावन शब्द दर्ज है। सलोक महला दूजा। दूसरे पातशाह श्री गुरु अंगद देव महाराज जी साडे ते समुची मनुखता ते बख्शिश कर रहे हैं। जिन्नी चलन जानिया, जिन्हां ने ये जान लिया कि इस संसार तो चले जाना है, इत्थे केवल कुछ समा रहन वास्ते आया, से क्यों करें विथार। फिर वो बहुता खलारा नहीं खिलारते, उस संसार दियां सुख सुविधा के पिछे अपने आप नूं नहीं दौड़ाई फिरदे। चलन सार ना जाननी काज सवारन हार। जेड़े इस गल नूं नहीं समझते कि इत्थों चले जाना है, वो संसार के कम्मां कारां नूं सवारदे रहिंदे ने। कोठे मंडम माड़ियां एत ना लाए चित, मिट्टी भई अतोलवी कोई ना होसी मित। साडी अवस्था की है कि असीं ज्यों ज्यों संसार के धन पदार्थ वेखदे हां त्यों त्यों होर अहंकारी हुंदे हां। एक भगत जी का शब्द है, भगत बेणी जी का, पहरिया कै घर गावना। साडी अवस्था की है? जिल्ली चलन जानिया से क्यों करें विथार। चलन सार ना जाननी काज सवारना। कल्ले सार शब्द के 10 अर्थ पढ़ रहा सी ते महान कोश विच कल्ले सार शब्द के 22 अर्थ हैं। ते इत्थे पातशाह कि उस चीज़ का मीनिंग नहीं समझते। सार फट नूं भी कहा जाता है, मूल उहदी भावर्थ नूं भी सार कहा जाता है कि पूरे शब्द का सार की है। भाई वीर सिंह जी ने ये 11 अर्थ लिखे हैं। ते असी की करते हाँ, पहरिया के घर गावना बेणी जी का शब्द है, उस दे विच एक पंक्ति आउंदी है, विस्तार की है, साडी लालच की है। सुत संपत देख एह मन गर्भया, राम हृदय ते खोया। सारा कुछ धीआं पुत्र ते माल शबाब वेख के ना फिर होर अंकारी हुंदा है कि मेरे को तो इन्ना कुछ है, मेरे को 4 मकान ने, इन्नी जमीन जायदाद, इन्ना पैसा। वो खलारा पा के बैठा रहिंदा। जिन्नी चलन जानिया से क्यों करे विथार। चलन सार ना जाननी काज सवारन हार। संसार के काज तो सवारदे हैं, पर जिहड़ा काम करन वाला सी उस पासे ध्यान नहीं है। सिमरन बंदगी वाले पासे बिल्कुल भी ध्यान नहीं। तो ये धन किन्ना कुछ रहेगा जिस धन की आपां बहुत सारे दूसरिਆਂ ਨੂੰ दुख दे के प्राप्त करते हाँ। सुत संपत देख यह मन गर्भया, राम हृदय ते खोया। अवर मरत माया मन तोलै, तो भगमुख जन्म विगोया। कई बारी साडी अवस्था इन्नी ज़्यादा गिर जाती है कि असीं सोचते हैं कि वह मरेगा तो मैनू की मिलेगा। किसी की मौत दे विचों अपना हिस्सा लभदे हां ते आम ही साडा सारियां दा ही हाल है कि जे मेरा पिता जी चले जाएंगे तो सानू 3 भरावां नूं की कुछ आएगा, माँ चली जाएगी तो की आएगा। इत्थे असीं खड़े हाँ ते धन श्री गुरु अंगद देव महाराज साडे भरम भुलेखे कढ रहे हैं कि रहना तो केवल एक रात है, रात कारण धन संची है। जे एक इहां बसना रात मूड़े, धनदारा संपत सगल जिन अपनी करमान, इन मैं कछ साचो नहीं। नानक साची मान। भावें बाकी पंक्तियां ना सुनिया होण, पर जदों भोग पैंदा है धन श्री गुरु तेग बहादुर महाराज जी ते श्लोक आपां सुनदे ही हाँ। ये तो नहीं कोई कह सकता मैं बाणी नहीं सुनी।
ਧਨਦਾਰਾ ਸੰਪਤ ਸਗਲ, ਜਿਹਨੇ ਆਪਣੀ ਕਰਮਾਨ, ਜਿਨ੍ਹਾਂ ਨੂੰ ਅਸੀਂ ਆਪਣੇ ਕਰਮ ਕਰਕੇ ਮੰਨਦੇ ਹਾਂ ਕਿ ਮੇਰਾ ਹੀ ਹੈ, ਇਨ ਮੈਂ ਕਾ ਸੱਚੋ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਹਨ, ਕੁਛ ਵੀ ਇਹਨਾਂ ਸੱਚਾ ਨਹੀਂ, ਤੇਰੇ ਨਾਲ ਜਾਣ ਵਾਲਾ ਕੁਛ ਵੀ ਨਹੀਂ। ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ। ਜਿਵੇਂ ਕੋਈ ਪ੍ਰਾਹੁਣਾ ਆਉਂਦਾ ਹੈ ਤੇ ਰਾਤ ਵਾਸਤੇ ਕਿੰਨਾ ਕੁਝ ਇਕੱਠਾ ਕਰ ਲੇਗਾ, ਸਵੇਰੇ ਉੱਠ ਕੇ ਤੇ ਜਾਣਾ ਹੀ ਹੈ। ਚੱਲਣ ਨਾਨਕ ਨਾਲ ਨਾ ਚੱਲੀ, ਫਿਰ ਪਛਤਾਵਾ ਹੋਏ। ਜਦੋਂ ਚੀਜ਼ਾਂ ਨਾਲ ਨਹੀਂ ਜਾਂਦੀਆਂ ਫਿਰ ਪਛਤਾਉਂਦਾ ਹੈ, ਤੇ ਨਾਲ ਤੇ ਜਾਣਾ ਕੁਛ ਨਹੀਂ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਣ ਕੋ ਮਤ ਭਰਮ ਲਾਗਾ। ਫਿਰ ਬਾਅਦ ਵਿੱਚ ਪਛਤਾਵਾ ਹੱਥ 'ਚ ਆਉਂਦਾ ਹੈ। ਫਿਰ ਅਗਲੇ ਸ਼ਲੋਕ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਬੱਧਾ ਚੱਟੀ ਜੇਬ ਜੋ ਭਰੇ, ਨਾ ਗੁਣ ਨਾ ਉਪਕਾਰ। ਜੇ ਬੱਧੇ ਰੁੱਦੇ ਕੋਈ ਕੰਮ ਕੀਤਾ ਤੇ ਅਸੀਂ ਬਹੁਤਾਦ ਬੱਝੇ ਰੁੱਝੇ ਕਰਨੇ ਆ। ਗੁਰਦੁਆਰੇ ਵੀ ਬੱਝੇ ਰੁੱਝੇ, ਸੇਵਾ ਵੀ ਬੱਝੇ ਰੁੱਝੇ, ਨਿਤਨੇਮ ਵੀ ਬੱਝੇ ਰੁੱਝੇ। ਤੇ ਪਾਤਸ਼ਾਹ ਕਹਿੰਦੇ ਨਹੀਂ, ਤੂੰ ਖੁਸ਼ੀ ਨਾਲ ਕਰ। ਜੇ ਸੰਸਾਰ ਦਾ ਵੀ ਕੋਈ ਕੰਮ ਕਰਨਾ ਹੈ ਤੇ ਕਰਨਾ ਤੇ ਪੈਣਾ ਹੀ ਹੈ। ਕਈ ਵਾਰੀ ਸਾਨੂੰ ਕੋਈ ਕੰਮ ਕਹਿ ਦਿੰਦਾ ਹੈ, ਈਵਨ ਕਈ ਵਾਰੀ ਬੀਬੀਆਂ ਭੈਣਾਂ ਨੂੰ ਕਹੀਦਾ 2 ਬੰਦਿਆਂ ਦੀ ਰੋਟੀ ਪਕਾ ਦਿਓ, ਤੇ ਫਿਰ ਉਹ ਭਾਂਡੇ ਚੁੱਕ ਚੁੱਕ ਕੇ ਮਾਰਦੀਆਂ ਨੇ ਵੀ ਇਹਨੂੰ ਬਣਾਉਣੀ ਤੇ ਫਿਰ ਵੀ ਪੈਣੀ ਹੈ। ਤੇ ਜੇ ਕਿੰਨੇ ਖਿੜੇ ਮੱਥੇ ਬਣਾ ਦਈਏ। ਜੇ ਸਾਨੂੰ ਕੋਈ ਕੰਮ ਕਹਿ ਦੇ, ਅਸੀਂ ਬੜਾ ਹੀ ਕਈ ਵਾਰੀ ਨਫ਼ਰਤ ਕਰਦੇ ਹਾਂ, ਤੇ ਫਿਰ ਬਾਅਦ ਵੀ ਕਰਨਾ ਤੇ ਪੈਣਾ ਹੀ ਹੈ। ਤੇ ਕਿਉਂ ਨਾ ਉਹਨੂੰ ਖਿੜੇ ਮੱਥੇ ਕਰ ਲਿਆ ਜਾਏ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਉਹਦੇ ਵਿੱਚੋਂ ਕੋਈ ਗੁਣ ਵੀ ਨਹੀਂ ਪੈਦਾ ਹੁੰਦਾ, ਤੇ ਉਹ ਕੀਤਾ ਨਾ ਕੀਤਾ ਇੱਕੋ ਬਰਾਬਰ ਹੀ ਹੈ। ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜਸਾਰ। ਜੇ ਖੁਸ਼ੀ ਨਾਲ ਉਹ ਕਾਰਜ ਕੀਤਾ ਜਾਏ, ਭਾਵਨਾ ਨਾਲ ਕੀਤਾ ਜਾਏ, ਫਿਰ ਉਹਦਾ ਅਰਥ ਮਿਲਦਾ ਹੈ, ਉਹ ਭਾਵਨਾ ਪੈਦਾ ਹੁੰਦੀ ਹੈ, ਉਹਦੇ ਨਾਲ ਪਿਆਰ ਮਿਲਦਾ ਹੈ। ਮਨ ਹੱਠ ਤਰਫ ਨਾ ਜਿੱਪਈ, ਜੇ ਬਹੁਤਾ ਘਾਲੇ। ਮਨ ਦੇ ਹੱਠ ਨਾਲ, ਜ਼ੋਰ ਨਾਲ ਜੇ ਕਹੀਏ ਕਿ ਅਕਾਲ ਪੁਰਖ ਸਾਡੇ ਵੱਲ ਹੋ ਜਾਏਗਾ, ਤਰਫ ਮੈਨੇ ਸਾਈਡ, ਸਾਡੇ ਵੱਲ, ਮੇਰੀ ਤਰਫ ਜਿੱਤ। ਮਨ ਦੇ ਹੱਠ ਨਾਲ ਜਿੱਤ ਨਹੀਂ ਹਾਸਲ ਕੀਤੀ ਜਾ ਸਕਦੀ। ਜਿੰਨੀ ਮਰਜ਼ੀ ਘਾਲਣਾ ਘਾਲ ਲਓ। ਆਪਾਂ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ ਨਾ, ਸਤਿਕਾਰਯੋਗ ਰਾਗੀ ਸਿੰਘ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ। ਬਸਤਰ ਨਾ ਪਹਿਰੇ ਅਹਨਸ ਕਹਿਰੇ, ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੈ ਪਤ ਗਵਾਈ, ਵਿਣ ਨਾਵੇਂ ਕਿਸ ਥਾਏ ਨਾ ਪਾਈ। ਜੇ ਮਨ ਦੇ ਹੱਠ, ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਬਾਣੀ ਦੀਆਂ ਪੰਕਤੀਆਂ ਹਨ। ਮਨ ਦੇ ਹੱਠ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੈ। ਕਹੀਏ ਕਿ ਮਨ ਦੇ ਹੱਠ ਨਾਲ ਵਾਹਿਗੁਰੂ ਮੇਰੇ ਪਾਸੇ ਆ ਜਾਏਗਾ, ਨਹੀਂ ਆਉਂਦਾ। ਕਰਕੇ ਵੀ ਵੇਖਿਆ, ਸਾਖੀਆਂ ਵੀ ਅਸੀਂ ਸੁਣਾਉਂਦੇ ਹਾਂ ਕਿ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ। ਮੇਰੇ ਕੋਲ ਇੰਨੇ ਸੁੱਖ ਸੁਵਿਧਾ ਸੀ, ਮੇਰੇ ਵੱਲ ਕਿਉਂ ਨਹੀਂ ਆਇਆ। ਤੇ ਅਸੀਂ ਵੀ ਇਹੀ ਕਹਿੰਦੇ ਆ ਨਾ ਕਿ ਮੈਂ ਬਹੁਤ ਵਧੀਆ ਬਾਣੀ ਪੜ੍ਹਦਾ ਹਾਂ, ਮੈਨੂੰ ਅਰਥ ਬੜੇ ਵਧੀਆ ਆਉਂਦੇ ਨੇ, ਮੈਂ ਕੀਰਤਨ ਬਹੁਤ ਵਧੀਆ ਕਰਦਾ, ਰੱਬ ਤੇ ਮੇਰਾ ਹੀ ਹੋਣਾ ਚਾਹੀਦਾ ਸੀ। ਨਹੀਂ, ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਵਾਹਿਗੁਰੂ ਤੇ ਪ੍ਰੇਮ ਦਾ ਭੁੱਖਾ ਹੈ। ਅਹੰਕਾਰ ਨਾਲ, ਜ਼ੋਰ ਨਾਲ ਨਹੀਂ ਵਸ ਕੀਤਾ ਜਾ ਸਕਦਾ। ਤਿਰਫ ਜਣਿਆ ਸਤ ਭਾਉ ਦੇ, ਜਾਂ ਨਾਨਕ ਸ਼ਬਦ ਵਿਚਾਰੇ। ਸ਼ਬਦ ਦੀ ਵਿਚਾਰ ਕਰਾਂਗੇ, ਅੰਦਰ ਨਿਰਮਲ ਭਉ ਭਾਵਨੀ ਹੋਏਗੀ, ਫਿਰ ਉਹ ਵਾਹਿਗੁਰੂ ਸਾਡੇ ਵੱਲ ਹੋ ਜਾਏਗਾ। ਕਰਤਾ ਕਾਰਨ ਜਿਨ ਕੀਆ ਸੋ ਜਾਣੇ ਸੋਈ। ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਬਣਾਈ ਹੈ, ਸਾਰਾ ਕੁਝ ਕੀਤਾ ਹੈ, ਉਹ ਆਪ ਹੀ ਜਾਣਦਾ ਹੈ ਕਿ ਕਿਸ ਨੂੰ ਕਿੱਥੇ ਰੱਖਣਾ ਹੈ। ਅਸੀਂ ਆਪ ਹੀ ਹਿਸਾਬ ਲਾਉਂਦੇ ਰਹਿਣਾ ਕਿ ਮੇਰਾ ਇੱਥੇ ਮੈਂ